जी आए ਨੂੰ प्यारे विद्यार्थियों। पंजाब स्टेट एजुकेशन बोर्ड की 7वीं जमात की अंग्रेजी की किताब माई इंग्लिश कंपेनियन उसका लैसन नंबर 10 अ होल इन दी फेंस अर्थात जंगले विच या वाड़े विच एक सुराख। इस लैसन की स्टोरी की बच्चों असीं रीडिंग करांगे। सारे लैसन सबक मैं पढ़ांगा, हौली हौली तुसीं ध्यान नाल सुनना है ते एक्सप्लेन करांगा, ਇਹਦਾ मतलब भी दसांगा। ਜਿਹੜੇ ਇਹਦੇ ਵਿੱਚ ਨਵੇਂ ਸ਼ਬਦ ਆਣਗੇ ਉਹਨਾਂ ਦੇ ਅਰਥ ਸਮਝਾਏ ਜਾਣਗੇ, ਜਾਂ ਜਿਹੜੇ ਕੋਈ ਸ਼ਬਦ ਜੋੜਨੇ ਜਿਹਨੂੰ ਅਸੀਂ ਫਰੇਜ਼ ਕਹਿ ਦਿੰਦੇ ਆ ਜਾਂ ਮੁਹਾਵਰਾ ਕਹਿ ਦਿੰਦੇ ਆ, ਉਹਨਾਂ ਦੇ ਅਰਥ ਵੀ ਮੈਂ ਤੁਹਾਨੂੰ ਦੱਸਾਂਗਾ ਤੇ ਤੁਸੀਂ ਨਾਲ ਦੀ ਨਾਲ ਆਪਣੀ ਨੋਟਬੁੱਕ ਵਿੱਚ ਬ੍ਰੈਕਟ ਦੇ ਵਿੱਚ ਉਹਨਾਂ ਨੂੰ ਪੰਜਾਬੀ ਦੇ ਵਿੱਚ ਲਿਖ ਲੈਣਾ ਹੈ। ਠੀਕ ਹੈ ਬੱਚਿਓ, ਸੋ ਆਓ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਮੈਂ ਦੱਸਦਾ ਬੱਚਿਓ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 7ਵੀਂ ਜਮਾਤ ਦੀ ਇੱਕ ਹੋਰ ਪਲੇਲਿਸਟ ਹੈ 7th ਮੈਥ, ਜਿਹਦੇ ਵਿੱਚ ਤੁਹਾਡੀ ਮੈਥ ਦੀ ਕਿਤਾਬ ਦੇ ਸਾਰੇ ਸਵਾਲ ਹੱਲ ਕਰਕੇ ਪਾਏ ਜਾ ਰਹੇ ਹਨ। ਸੋ ਤੁਸੀਂ ਮੈਥ ਦੇ ਸਵਾਲ ਵੀ ਇसी ਚੈਨਲ ਦੇ ਉੱਤੇ ਦੇਖ ਸਮਝ ਸਕਦੇ ਹੋ ਤੇ ਉਹਨਾਂ ਦੇ ਆਨਸਰ ਨੋਟ ਡਾਊਨ ਕਰ ਸਕਦੇ ਹੋ। ਠੀਕ ਹੈ ਬੱਚਿਓ, ਸੋ ਆਓ ਦੇਖੀਏ। ਕਹਿੰਦੇ ਵੰਸ देयर वाज अ लिटिल बॉय। ਵੰਸ ਮੈਨੇ ਇੱਕ ਵਾਰੀ ਦੀ ਗੱਲ ਹੈ। देयर वाज अ लिटिल बॉय, ਕਿਤੇ ਇੱਕ ਛੋਟਾ ਮੁੰਡਾ ਸੀ। हु लिव्ड, ਜੋ ਰਹਿੰਦਾ ਸੀ। विद हिज पेरेंट्स, विद हिज मैंने ਆਪਣੇ ਮਾਪਿਆਂ ਦੇ ਨਾਲ, ਪੇਰੈਂਟਸ ਮੈंने ਮਾਪੇ, ਮੰਮੀ ਡੈਡੀ ਦੋਨਾਂ ਨੂੰ ਜਿੱਦਾਂ ਅਸੀਂ ਪੰਜਾਬੀ 'ਚ ਕਹਿੰਦੇ ਨੇ ਮਾਪੇ ਅਰਥਾਤ ਮਾਂ ਅਤੇ ਪਿਓ, ਤੇ ਅੰਗਰੇਜ਼ੀ 'ਚ ਬੰਦਾ ਪੇਰੈਂਟਸ। ਪੇਰੈਂਟਸ ਆਉਂਦੇ ਦੋਨੋਂ ਮਾਪਿਆਂ ਨੂੰ ਸਾਂਝੇ ਤੌਰ ਤੇ ਅਸੀਂ ਕਹਿੰਦੇ ਹਾਂ। ਠੀਕ ਹੈ, ਸੋ ਵੰਸ देयर वाज अ लिटिल बॉय हु लिव्ड विद हिज पेरेंट्स। ਇੱਕ ਵਾਰੀ ਦੀ ਗੱਲ ਹੈ ਕਿ ਕਿਤੇ ਇੱਕ ਛੋਟਾ ਮੁੰਡਾ ਸੀ ਜੋ ਆਪਣੇ ਮਾਪਿਆਂ ਨਾਲ ਰਹਿੰਦਾ ਸੀ। ਕਿੱਥੇ? ਇਨ ਆ ਸਮॉल ਵਿਲੇਜ, ਇੱਕ ਛੋਟੇ ਪਿੰਡ ਵਿੱਚ। ਵਿਲੇਜ ਮੈਨੇ ਪਿੰਡ, ਸਮॉल ਮੈਨੇ ਛੋਟਾ, ਸਮॉल ਵਿਲੇਜ ਛੋਟੇ ਪਿੰਡ ਵਿੱਚ। ਹਿਸ ਪੇਰੈਂਟਸ, ਉਹਦੇ ਮਾਪੇ, ਵਰ ਵਰਿਡ ਮੈਨੇ ਚਿੰਤਿਤ ਸਨ, ਫਿਕਰਮੰਦ ਸਨ। ਕਿਸ ਕਰਕੇ? ਕਿਉਂਕਿ ਬਿਕੋਜ਼ ਹੀ ਹੈਡ ਅ ਬੈਡ ਟੈਂਪਰ। ਹੁਣ ਬੱਚੋ ਟੈਂਪਰ ਦਾ ਮਤਲਬ ਹੁੰਦਾ ਹੈ ਸੁਭਾਅ, ਮਿਜ਼ਾਜ, ਤੇ ਬੈਡ ਟੈਂਪਰ ਦਾ ਮਤਲਬ ਹੁੰਦਾ ਮਾੜਾ ਸੁਭਾਅ, ਬੁਰਾ ਸੁਭਾਅ, ਬੁਰਾ ਮਿਜ਼ਾਜ। ਜਿਹੜਾ ਬੰਦਾ ਐਵੇਂ ਨਿੱਕੀ ਜਿਹੀ ਗੱਲ ਤੋਂ ਖਿੱਝ ਜਾਵੇ, ਗੁੱਸੇ 'ਚ ਆ ਜਾਵੇ, ਤੈਸ਼ ਵਿੱਚ ਆ ਜਾਵੇ, ਕੌੜਾ ਬੋਲੇ, ਅਸੀਂ ਉਹਨੂੰ ਕਹਿੰਦੇ ਹਾਂ ਹੀ ਹੈਜ਼ ਅ ਬੈਡ ਟੈਂਪਰ। ਸੋ ਬੈਡ ਟੈਂਪਰ ਬੱਚੇ ਇੱਕ ਫਰੇਜ਼ ਹੈਗਾ, ਆਮ ਯੂਜ਼ ਕੀਤਾ ਜਾਂਦਾ ਅੰਗਰੇਜ਼ੀ 'ਚ, ਤੁਸੀਂ ਨੋਟ ਕਰ ਲਓ। ਬੈਡ ਟੈਂਪਰ ਦਾ ਮਤਲਬ ਹੈ ਮਾੜਾ ਸੁਭਾਅ। ਠੀਕ ਹੈ, ਹਿਜ਼ ਪੇਰੈਂਟਸ ਵਰ ਵਰਿਡ, ਉਹਦੇ ਮਾਪੇ ਇਸ ਗੱਲ ਤੋਂ ਚਿੰਤਤ ਸਨ, ਫਿਕਰਮੰਦ ਸਨ, ਬਿਕੋਜ਼ ਹੀ ਹੈਡ ਅ ਬੈਡ ਟੈਂਪਰ, ਉਹਦਾ ਮੁੰਡਾ ਸੀ, ਉਹਦਾ ਸੁਭਾਅ ਮਾੜਾ ਸੀ। ਹੀ ਹੈਡ ਨੋ ਫਰੈਂਡਸ, ਉਹਦਾ ਕੋਈ ਵੀ ਮਿੱਤਰ ਨਹੀਂ ਸੀ, ਉਹਦਾ ਕੋਈ ਵੀ ਦੋਸਤ ਨਹੀਂ ਸੀ। ਕਿਉਂ? ਬਿਕੋਜ਼, ਕਿਉਂਕਿ ਹੀ ਆਲਵੇਜ਼, ਉਹ ਹਮੇਸ਼ਾ, ਯੂਜ਼ਡ, ਵਰਤਦਾ ਸੀ ਕਿ ਬੈਡ ਲੈਂਗੁਏਜ, ਮਾੜੀ ਬੋਲਬਾਣੀ ਵਰਤਦਾ ਸੀ, ਅਰਥਾਤ ਉਹਦੀ ਬੋਲਬਾਣੀ ਵੀ ਬੜੀ ਮਾੜੀ ਸੀ। ਕਦੋਂ? ਇਨ ਅ ਫਿਟ ਆਫ ਐਂਗਰ, ਜਦੋਂ ਫਿਟ ਆਫ ਐਂਗਰ ਹੋ ਗਿਆ ਬੱਚੋ ਗੁੱਸੇ ਦਾ ਦੌਰਾ। ਫਿਟ ਆਫ ਐਂਗਰ ਮੈਨੇ ਜਦੋਂ ਉਹਨੂੰ ਗੁੱਸੇ ਦਾ ਦੌਰਾ ਪੈਂਦਾ ਸੀਗਾ ਤੇ ਉਹ ਬਹੁਤ ਮਾੜੀ ਬੋਲਬਾਣੀ ਵਰਤਦਾ ਸੀ, ਇਸ ਕਰਕੇ ਉਹਦਾ ਕੋਈ ਦੋਸਤ ਹੀ ਨਹੀਂ ਸੀਗਾ। ਤੇ ਇਸ ਗੱਲ ਤੋਂ ਉਹਦੇ ਮਾਪੇ ਜਿਹੜੇ ਸੀਗੇ ਉਹ ਚਿੰਤਤ ਸਨ ਕਿ ਉਹਦਾ ਸੁਭਾਅ ਬੜਾ ਮਾੜਾ ਸੀ। ਹਿਜ਼ ਪੇਰੈਂਟਸ ਐਡਵਾਈਜ਼ਡ ਹਿਮ, ਐਡਵਾਈਜ਼ ਹੁੰਦਾ ਬੱਚੋ ਸਲਾਹ ਦੇਣਾ, ਐਡਵਾਈਜ਼ ਮੈਨੇ ਸਲਾਹ ਦਿੱਤੀ। ਹਿਜ਼ ਪੇਰੈਂਟਸ, ਉਹਦੇ ਮਾਪਿਆਂ ਨੇ ਉਹਨੂੰ ਸਲਾਹ ਦਿੱਤੀ, ਮੈਨੀ ਟਾਈਮਸ, ਬੜੀ ਵਾਰੀ। ਕਾਹਦੀ ਸਲਾਹ ਦਿੱਤੀ? ਟੂ ਕੰਟਰੋਲ ਹਿਜ਼ ਐਂਗਰ, ਕਿ ਕੰਟਰੋਲ ਹੁੰਦਾ ਕਾਬੂ ਪਾਉਣਾ, ਕਿ ਉਹ ਆਪਣੇ ਗੁੱਸੇ ਤੇ ਕਾਬੂ ਪਾਵੇ। ਐਂਗਰ ਮੈਨੇ ਗੁੱਸਾ, ਕੰਟਰੋਲ ਮੈਨੇ ਕਾਬੂ ਪਾਉਣਾ, ਟੂ ਕੰਟਰੋਲ ਹਿਜ਼ ਐਂਗਰ, ਕਿ ਉਹ ਆਪਣੇ ਗੁੱਸੇ ਤੇ ਕਾਬੂ ਪਾਏ। ਬਟ, ਪਰ, ਹੀ ਡਿਡ ਨਾਟ ਪੇ ਅਟੈਂਸ਼ਨ, ਪੇ ਅਟੈਂਸ਼ਨ ਹੁੰਦਾ ਧਿਆਨ ਦੇਣਾ, ਪਰ ਉਹਨੇ ਕਦੀ ਧਿਆਨ ਨਾ ਦਿੱਤਾ। ਕਿਸ ਗੱਲ ਤੇ ਧਿਆਨ ਨਾ ਦਿੱਤਾ? ਜਿਹੜੀ ਗੱਲ ਉਹਦੇ ਮਾਪਿਆਂ ਨੂੰ ਕਹਿੰਦੇ ਸੀ ਕਿ ਆਪਣਾ ਗੁੱਸਾ ਕੰਟਰੋਲ ਕਰੇ, ਉਸ ਪਾਸੇ ਉਹਨੇ ਕਦੀ ਵੀ ਧਿਆਨ ਨਹੀਂ ਦਿੱਤਾ। ਠੀਕ ਹੈ, ਪੇ ਅਟੈਂਸ਼ਨ ਹੁੰਦਾ ਧਿਆਨ ਦੇਣਾ। ਦੀ ਫਾਦਰ, ਜੋ ਉਹਦੇ ਪਿਤਾ ਜੀ ਸੀਗੇ, ਕੈਪਟ ਥਿੰਕਿੰਗ, ਸੋਚਦੇ ਰਹੇ ਵੀ ਮੈਂ ਪੁੱਤ ਬਾਰੇ ਕੀ ਕਰਾਂ, ਹਨਾ। ਦੀ ਫਾਦਰ ਕੈਪਟ ਥਿੰਕਿੰਗ ਐਂਡ ਦੈਨ, ਅਤੇ ਫਿਰ, ਹੀ ਗੋਟ ਐਨ ਆਈਡੀਆ, ਉਹਨਾਂ ਨੂੰ ਇੱਕ ਵਿਚਾਰ ਸੁਝਿਆ, ਉਹਨਾਂ ਨੂੰ ਇੱਕ ਜੁਗਤ ਸੁਝੀ, ਉਹਨਾਂ ਨੂੰ ਇੱਕ ਦਿਮਾਗ 'ਚ ਖਿਆਲ ਆਇਆ। ਸੋ ਕਿਹੜਾ ਖਿਆਲ ਸੀ? ਕਹਿੰਦੇ ਦੀ ਨੈਕਸਟ ਡੇ ਮੈਨੇ ਅਗਲੇ ਦਿਨ। ਹਿਜ਼ ਫਾਦਰ ਗੇਵ ਹਿਮ, ਉਹਦੇ ਪਿਤਾ ਜੀ ਨੇ ਉਹਨੂੰ ਦਿੱਤਾ। ਕੀ ਦਿੱਤਾ? ਅ ਬੈਗ, ਇੱਕ ਝੋਲਾ, ਆਫ ਨੇਲਸ, ਨੇਲਸ ਨੇ ਬੱਚਿਓ ਅਸੀਂ ਜਿਹੜੇ ਨਹੁੰ ਹੁੰਦੇ ਨੇ ਸਾਡੀ ਉਂਗਲਾਂ ਤੇ ਪੈਰਾਂ, ਉਹਨੂੰ ਵੀ ਅਸੀਂ ਨੇਲਸ ਕਹਿ ਦਿੰਦੇ ਹਾਂ। ਤੇ ਨੇਲ ਦਾ ਮਤਲਬ ਇੱਕ ਹੋਰ ਹੁੰਦਾ ਮੇਖਾਂ, ਕਿੱਲ।
ਉਹਨੇ ਉਹਦੇ ਪਿਤਾ ਜੀ ਨੇ ਉਸਨੂੰ ਇੱਕ ਮੇਖਾਂ ਦਾ ਬੈਗ ਦਿੱਤਾ, ਝੋਲਾ ਦਿੱਤਾ ਭਰਿਆ ਹੋਇਆ, ਜਿਸ 'ਚ ਮੇਖਾਂ ਸੀ, ਕਿੱਲਾਂ ਸੀ, ਅਤੇ ਆ ਹੈਮਰ ਅਤੇ ਇੱਕ ਹਥੌੜੀ ਦਿੱਤੀ। ਮਤਲਬ ਕਿ ਇੱਕ ਹਥੌੜੀ ਦਿੱਤੀ ਤੇ ਇੱਕ ਝੋਲਾ ਦੇ ਦਿੱਤਾ ਕਿੱਲਾਂ ਦਾ, ਮੇਖਾਂ ਦਾ ਭਰਿਆ ਹੋਇਆ। ਹੀ ਸੈਡ ਟੂ ਹਿਮ, ਉਹਨਾਂ ਨੇ ਉਹਨੂੰ ਕਿਹਾ, ਪਿਤਾ ਜੀ ਨੇ ਮੁੰਡੇ ਨੂੰ ਕਿਹਾ, ਕਹਿੰਦੇ ਐਵਰੀ ਟਾਈਮ ਯੂ ਲੂਜ਼ ਯੋਰ ਟੈਂਪਰ। ਹੁਣ ਬੱਚੇ ਤੋਂ ਕਿਹਾ ਮੁਹਾਵਰਾ ਹੈ, ਲੂਜ਼ ਵਨਸ ਟੈਂਪਰ। ਲੂਜ਼ ਟੈਂਪਰ ਹੁੰਦਾ ਬੱਚੇ ਗੁੱਸੇ ਹੋ ਜਾਣਾ, ਠੀਕ ਹੈ। ਕਹਿੰਦੇ ਐਵਰੀ ਟਾਈਮ ਯੂ ਲੂਜ਼ ਯੋਰ ਟੈਂਪਰ ਦਾ ਮਤਲਬ ਹੈਗਾ ਐਵਰੀ ਟਾਈਮ ਯੂ ਗੈਟ ਐਂਗਰੀ। ਮਤਲਬ ਲੂਜ਼ ਟੈਂਪਰ ਹੁੰਦਾ ਟੂ ਗੈਟ ਐਂਗਰੀ, ਗੁੱਸੇ ਹੋਣਾ। ਕਹਿੰਦੇ ਐਵਰੀ ਟਾਈਮ ਯੂ ਲੂਜ਼ ਯੋਰ ਟੈਂਪਰ, ਪਿਤਾ ਜੀ ਮੁੰਡੇ ਨੂੰ ਸਮਝਾ ਰਹੇ ਨੇ, ਦੇਖੋ ਇਨਵਰਟਿਡ ਕੋਮਾ ਹੈਗਾ। ਕਹਿੰਦੇ ਜਿੰਨੀ ਵਾਰ ਤੈਨੂੰ ਗੁੱਸਾ ਆਵੇ, ਯੂ ਮਸਟ ਹੈਮਰ ਅ ਨੇਲ, ਤੈਨੂੰ ਠੋਕਣੀ ਚਾਹੀਦੀ ਹੈ ਆ ਨੇਲ, ਇੱਕ ਮੇਖ, ਕਿੱਥੇ, ਇਨਟੂ ਦੀ ਬੈਕ ਆਫ ਦੀ ਫੈਂਸ। ਜਿਹੜੀ ਸਾਡੇ ਘਰ ਦੇ ਬਾਹਰ ਜੰਗਲਾ ਲੱਗਾ ਲੱਕੜ ਦਾ ਵਾੜਾ ਹੈ, ਜੋ ਵਾੜ ਹੈਗੀ ਹੈ, ਵਾੜਾ ਨਹੀਂ ਸੌਰੀ ਵਾੜ ਹੈਗੀ ਹੈ, ਜੋ ਜੰਗਲਾ ਬਣਿਆ ਲੱਕੜ ਦਾ, ਉਹਦੇ ਪਿਛਲੇ ਪਾਸੇ ਜਾ ਕੇ ਤੂੰ ਇੱਕ ਕਿਲ ਠੋਕਣੀ ਹੈ। ਵੀ ਜਿੰਨੀ ਵਾਰ ਗੁੱਸਾ ਆਏ ਤੂੰ ਬਸ ਇੱਕ ਕਿਲ ਠੋਕ ਦੇਣੀ ਹੈ। ਦੀ ਬॉय ਐਕਸੈਪਟਿਡ, ਐਕਸੈਪਟਿਡ ਮੈਨੇ ਪ੍ਰਵਾਨ ਕਰ ਲਿਆ, ਮੰਨ ਲਿਆ। ਦੀ ਟਾਸਕ, ਟਾਸਕ ਮੈਨੇ ਇਹ ਵਾਲਾ ਕੰਮ, ਹੈਪੀਲੀ, ਖੁਸ਼ੀ ਖੁਸ਼ੀ। ਮੁੰਡੇ ਨੇ ਕਿਹਾ ਚਲੋ ਇਹ ਤੇ ਕੋਈ ਗੱਲ ਹੀ ਨਹੀਂ ਵੱਡੀ, ਵੀ ਮੈਨੂੰ ਗੁੱਸਾ ਕਰਨ ਤੋਂ, ਗੁੱਸੇ ਨੂੰ ਕਾਬੂ ਕਰਨ 'ਚ ਨਹੀਂ ਕਹਿ ਰਹੇ, ਬਸ ਇਹ ਕਿਹਾ ਵੀ ਜਿੰਨੀ ਵਾਰ ਤੈਨੂੰ ਗੁੱਸਾ ਆਵੇ ਉਨੀ ਵਾਰ ਤੂੰ ਉਸ ਜੰਗਲੇ, ਜਿਹੜਾ ਲੱਕੜ ਦਾ ਜੰਗਲਾ ਸਾਡੇ ਬਣਿਆ ਘਰ, ਫੈਂਸ ਹੈਗੀ ਹੈ, ਵਾੜ ਹੈਗੀ ਹੈ, ਉਹਦੇ ਵਿੱਚ ਜਾ ਕੇ ਤੂੰ ਕਿਲ ਠੋਕ ਦੇਣੀ ਹੈ, ਠੀਕ ਹੈ। ਹੁਣ ਕੀ ਹੋਇਆ, ਐਵਰੀ ਟਾਈਮ ਅਰਥਾਤ ਹਰ ਵਾਰੀ, ਦੀ ਬॉय ਫੈਲਟ ਐਂਗਰੀ, ਜਦੋਂ ਵੀ ਮੁੰਡੇ ਨੂੰ ਗੁੱਸਾ ਮਹਿਸੂਸ ਹੋਇਆ, ਗੁੱਸਾ ਆਇਆ, ਹੀ ਰੈਨ, ਉਹ ਭੱਜਿਆ, ਕਿੱਥੇ, ਟੂ ਦੀ ਫੈਂਸ, ਵਾੜ ਵੱਲ, ਜੰਗਲੇ ਵੱਲ। ਐਂਡ ਡਰੋਵ, ਡਰੋਵ ਮੈਨੇ ਠੋਕ ਦਿੱਤੀ, ਡਰਾਈਵ ਮੈਨੇ ਹੁੰਦਾ ਚਲਾਈ, ਠੋਕੀ, ਮੱਲੀ ਵਿੱਚ ਪਾਤੀ, ਕਿ ਅ ਨੇਲ ਇਨਟੂ ਇਟ, ਉਹਦੇ ਵਿੱਚ ਇੱਕ ਕਿਲ ਠੋਕ ਦਿੱਤੀ। ਜਿੰਨੀ ਵਾਰ ਗੁੱਸਾ ਆਇਆ ਇੱਕ ਕਿਲ ਠੋਕਦਾ ਗਿਆ। ਕਹਿੰਦੇ ਦੀ ਫਸਟ ਡੇ, ਤੇ ਪਹਿਲੇ ਦਿਨ, ਦੀ ਬॉय ਹੈਡ ਡਰਿਵਨ, ਹੁਣ ਦੇਖੋ ਹੈਜ਼, ਹੈਵ, ਹੈਡ ਦੇ ਨਾਲ ਥਰਡ ਫਾਰਮ ਆਉਂਦੀ ਹੈ, ਜਿਹੜਾ ਡਰੋਵ ਹੈਗਾ ਸੈਕਿੰਡ ਫਾਰਮ ਹੈਗੀ ਹੈ, ਡਰਾਈਵ, ਡਰੋਵ, ਡਰਿਵਨ। ਇੱਥੇ ਹੈਗਾ ਡਰੋਵ ਕਿਉਂਕਿ ਇੱਥੇ ਹੈਜ਼ ਹੈਵ ਨਹੀਂ ਹੈਗਾ, ਸਿੰਪਲ ਪਾਸਟ ਟੈਂਸ ਹੈਗਾ, ਠੀਕ ਹੈ। ਸੋ ਡਰੋਵ ਅ ਨੇਲ ਇਨਟੂ ਇਟ, ਦੀ ਫਸਟ ਡੇ ਦੀ ਬॉय ਹੈਡ ਡਰਿਵਨ 30 ਨੇਲਸ ਇਨਟੂ ਦੀ ਫੈਂਸ। ਕਹਿੰਦੇ ਪਹਿਲੇ ਦਿਨ ਮੁੰਡੇ ਨੇ ਉਸ ਜੰਗਲੇ ਦੇ ਵਿੱਚ 30 ਕਿੱਲਾਂ, 30 ਮੇਖਾਂ ਠੋਕ ਦਿੱਤੀਆਂ ਸਨ। ਉਤਰੇ 30 ਕਿੱਲਾਂ, ਮਤਲਬ ਕਿ ਇੱਕ ਦਿਨ 'ਚ 30 ਵਾਰੀ ਉਹਨੂੰ ਗੁੱਸੇ ਦਾ ਦੌਰਾ ਪਿਆ। ਕਹਿੰਦੇ ਆਫਟਰ ਅ ਫਿਊ ਡੇਜ਼, ਕੁਛ ਦਿਨਾਂ ਮਗਰੋਂ, ਦੀ ਨੰਬਰ ਆਫ ਨੇਲਸ ਸਟਾਰਟਿਡ ਡਿਕਰੀਜ਼ਿੰਗ, ਮੇਖਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ। ਕਿਹੜੀ ਮੇਖਾਂ ਦੀ, ਜਿਹੜੀਆਂ ਠੋਕ ਰਿਹਾ ਸੀਗਾ। ਪਹਿਲੇ ਦਿਨ ਤੇ 30 ਸੀਗੀਆਂ, ਫਿਰ ਦੂਜੇ ਦਿਨ ਘਟੀਆਂ, ਤੀਜੇ ਦਿਨ ਘਟੀਆਂ। ਹੌਲੀ ਹੌਲੀ ਕੀ ਹੋਇਆ ਬੱਚਿਓ, ਕਿ ਉਹ ਮੇਖਾਂ ਦੀ ਗਿਣਤੀ ਸਟਾਰਟਿਡ ਬਣੇ ਸ਼ੁਰੂ ਹੋ ਗਈ, ਡਿਕਰੀਜ਼ਿੰਗ, ਡਿਕਰੀਜ਼ ਹੁੰਦਾ ਘਟਣਾ, ਘਟਣੀ ਸ਼ੁਰੂ ਹੋ ਗਈ। ਫਿਰ ਕੀ ਹੋਇਆ, ਕਹਿੰਦੇ ਓਵਰ ਦੀ ਨੈਕਸਟ ਫਿਊ ਵੀਕਸ, ਤੇ ਕਹਿੰਦੇ ਆਉਣ ਵਾਲੇ ਅਗਲੇ ਕੁਝ ਹਫ਼ਤਿਆਂ ਮਗਰੋਂ, ਉਹਨਾਂ ਦੌਰਾਨ, ਓਵਰ ਦੀ ਨੈਕਸਟ ਫਿਊ ਵੀਕਸ, ਵੀਕ ਹੁੰਦਾ ਹਫ਼ਤਾ, ਵੀਕਸ ਹੁੰਦੇ ਹਫ਼ਤੇ, ਫਿਊ ਵੀਕਸ ਥੋੜ੍ਹੇ ਜਿਹੇ ਹਫ਼ਤੇ, ਨੈਕਸਟ ਮੈਨੇ ਅਗਲੇ, ਓਵਰ ਦੀ ਨੈਕਸਟ ਫਿਊ ਵੀਕਸ, ਅਗਲੇ ਥੋੜ੍ਹੇ ਜਿਹੇ ਹਫ਼ਤਾਂ ਤੋਂ ਬਾਅਦ, ਹਫ਼ਤਿਆਂ ਵਿੱਚ ਕੀ ਹੋਇਆ, ਹੀ ਡਿਸਕਵਰਡ, ਉਹਨੇ ਪਤਾ ਲਾਇਆ, ਉਹਨੇ ਮਹਿਸੂਸ ਕੀਤਾ, ਉਹਨੇ ਦੇਖਿਆ, ਕੀ ਦੇਖਿਆ, that it was easier to control his anger than to drive those nails into the fence। ਕਹਿੰਦੇ ਉਹਨੇ ਇਹ ਦੇਖਿਆ ਕਿ ਗੁੱਸਾ ਕਰਨਾ ਸੌਖਾ ਹੈ, ਗੁੱਸੇ ਤੇ ਕੰਟਰੋਲ ਕਰਨਾ ਸੌਖਾ ਹੈ, ਬਜਾਏ ਇਸਦੇ ਕਿ ਮੈਂ ਉਹ ਫੈਂਸ ਵਿੱਚ, ਜੰਗਲੇ ਵਿੱਚ ਕਿੱਲਾਂ ਠੋਕਾਂ। ਮਤਲਬ ਕਿ ਓਵਰ ਦਾ ਨੈਕਸਟ ਫਿਊ ਵੀਕਸ ਹੀ ਡਿਸਕਵਰਡ, ਉਹਨੇ ਪਤਾ ਲਗਾਇਆ ਕਿ ਭਾਈ ਇਹ ਜੰਗਲੇ ਦੇ ਵਿੱਚ ਕਿੱਲਾਂ ਠੋਕਣ ਨਾਲੋਂ ਤੇ ਚੰਗਾ ਹੈ ਕਿ ਮੈਂ ਆਪਣਾ ਗੁੱਸੇ ਤੇ ਕੰਟਰੋਲ ਕਰ ਲਵਾਂ। ਵੀ ਉਹਨੂੰ ਇੱਦਾਂ ਲੱਗਿਆ ਵੀ ਇਹ ਜੰਗਲੇ ਦੇ ਵਿੱਚ ਕਿੱਲਾਂ ਠੋਕਣਾ ਜ਼ਿਆਦਾ ਔਖਾ ਕੰਮ ਹੈ, ਪਰ ਇਹਦੇ ਨਾਲੋਂ ਗੁੱਸੇ ਤੇ ਕੰਟਰੋਲ ਕਰਨਾ ਉਹ ਸੌਖਾ ਕੰਮ ਹੈ, ਠੀਕ ਹੈ ਨਾ। ਦੇਖੋ ਇਟ ਵਾਜ਼ ਈਜ਼ੀਅਰ, ਈਜ਼ੀਅਰ ਮੈਨੇ ਜ਼ਿਆਦਾ ਸੌਖਾ, ਕੀ, ਟੂ ਕੰਟਰੋਲ ਹਿਜ਼ ਐਂਗਰ, ਆਪਣੇ ਗੁੱਸੇ ਤੇ ਕਾਬੂ ਪਾ ਲੈਣਾ, ਦੈਨ, ਕਿਹਦੇ ਮੁਕਾਬਲੇ, ਦੈਨ ਟੂ ਡਰਾਈਵ ਦੋਜ਼ ਨੇਲਸ ਇਨਟੂ ਦੀ ਫੈਂਸ, ਉਹ ਵਾਲੀਆਂ ਕਿੱਲਾਂ ਠੋਕਣ ਦੀ ਬਜਾਏ ਉਹਨੂੰ ਲੱਗਿਆ ਕਿ ਗੁੱਸੇ ਤੇ ਕੰਟਰੋਲ ਕਰਨਾ ਜ਼ਿਆਦਾ ਸੌਖਾ ਹੈ। ਫਾਈਨਲੀ, ਫਾਈਨਲੀ ਦਾ ਮਤਲਬ ਹੁੰਦਾ ਅਖੀਰ, ਓੜਕ ਨੂੰ, ਓੜਕ ਕੀ ਹੋਇਆ, ਦੀ ਡੇ ਕੇਮ, ਦੀ ਡੇ, ਉਹ ਖਾਸ ਦਿਨ ਆ ਗਿਆ, ਦੀ ਡੇ ਕੇਮ when the boy did not lose his temper at all। ਕਹਿੰਦੇ ਅਖੀਰ ਓੜਕ, ਇੱਕ ਦਿਨ ਐਸਾ ਆਇਆ ਕਿ ਮੁੰਡੇ ਨੂੰ ਗੁੱਸਾ ਉੱਕਾ ਆਇਆ ਹੀ ਨਹੀਂ, did not lose temper at all, at all ਮੈਨੇ ਬਿਲਕੁਲ ਵੀ ਨਹੀਂ ਆਇਆ, ਇੱਕ ਵਾਰੀ ਵੀ ਗੁੱਸਾ ਨਹੀਂ ਆਇਆ। did not lose his temper ਮੈਨੇ did not get angry at all,
ਉਹਨੂੰ ਗੁੱਸਾ ਹੀ ਨਹੀਂ ਆਇਆ। ਕਹਿੰਦੇ he had not hammered any nail into the fence, ਤੇ ਉਹਨੇ ਕੀ ਕੀਤਾ ਫਿਰ ਉਸ ਦਿਨ ਗੁੱਸਾ ਨਹੀਂ ਆਇਆ ਤੇ ਉਹਨੇ ਉਸ ਜੰਗਲੇ ਦੇ ਵਿੱਚ ਵਾੜ ਦੇ ਵਿੱਚ ਇੱਕ ਵੀ ਕਿੱਲ ਨਹੀਂ ਠੋਕੀ ਸੀ। he had not hammered ਮੈਨੇ ਹਥੌੜੀ ਦੇ ਨਾਲ ਨਹੀਂ ਠੋਕੀ ਸੀ, had not hammered ਨਹੀਂ ਠੋਕੀ ਸੀ, any nail ਇੱਕ ਵੀ ਮੇਖ ਨਹੀਂ ਇੱਕ ਵੀ ਕਿੱਲ ਇੱਕ ਵੀ ਮੇਖ ਨਹੀਂ ਠੋਕੀ। he told his father about it, ਉਹਨੇ ਇਸ ਬਾਰੇ ਆਪਣੇ ਪਿਤਾ ਜੀ ਨੂੰ ਕਿਹਾ। The father gave him one more task to do, task ਹੁੰਦਾ ਕੰਮ, one more task ਇੱਕ ਹੋਰ ਕੰਮ, ਤੇ ਪਿਤਾ ਜੀ ਨੇ ਉਹਨੂੰ ਇੱਕ ਹੋਰ ਕਰਨ ਵਾਲਾ ਕੰਮ ਦਿੱਤਾ। one more task ਇੱਕ ਹੋਰ ਕੰਮ to do ਕਰਨ ਵਾਸਤੇ। he asked the boy, ਉਹਨਾਂ ਨੇ ਮੁੰਡੇ ਨੂੰ ਕਿਹਾ to pull out one nail for each day that he was able to hold his temper, to hold his temper ਮੈਨੇ ਆਪਣੇ ਮਿਜਾਜ ਤੇ ਕਾਬੂ ਰੱਖ ਸਕਿਆ। ਉਹਨਾਂ ਨੇ ਕਿਹਾ ਹੁਣ ਉਹ ਇਹ ਕੰਮ ਕਰੇ ਜਿੱਦਣ ਵੀ ਉਹਨੂੰ ਲੱਗੇ ਕਿ ਉਹਨੇ ਆਪਣੇ ਗੁੱਸੇ ਤੇ ਕਾਬੂ ਪਾ ਲਿਆ, ਉਹ ਕਿਸੇ ਨਾਲ ਕੁਰਖਤ ਹੋ ਕੇ ਨਹੀਂ ਬੋਲਿਆ, ਮਾੜਾ ਨਹੀਂ ਬੋਲਿਆ, ਕੌੜਾ ਨਹੀਂ ਬੋਲਿਆ, ਰੁੱਖੇ ਬੋਲ ਨਹੀਂ ਬੋਲੇ, ਗੁੱਸੇ ਤੇ ਕਾਬੂ ਕਰ ਲਿਆ, ਉਦਣ ਉਹ ਇੱਕ ਇੱਕ ਕਿੱਲ ਬਾਹਰ ਕੱਢਦਾ ਜਾਵੇ। ਕਹਿੰਦੇ he asked the boy to pull out one nail for each day that he was able to hold his temper, ਵੀ ਹਰੇਕ ਦਿਨ ਉਹਨੂੰ ਲੱਗੇ ਵੀ ਜਦ ਤੂੰ ਸਾਰਾ ਦਿਨ ਦੇਖਿਆ ਕਿ ਮੈਂ ਗੁੱਸਾ ਨਹੀਂ ਕੀਤਾ, ਆਪਣੇ ਗੁੱਸੇ ਤੇ ਕਾਬੂ ਪਾ ਕੇ ਰੱਖਿਆ, ਤੇ ਉਦਣ ਇੱਕ ਕਿੱਲ ਬਾਹਰ ਕੱਢ ਦੇਵੇ ਜਿਹੜੀਆਂ ਠੋਕੀਆਂ ਸੀ ਜੰਗਲੇ ਦੇ ਵਿੱਚ। ਦੀ ਡੇਜ਼ ਪਾਸਡ ਦਿਨ ਲੰਘ ਗਏ, ਐਂਡ ਦੀ ਲਿਟਲ ਬॉय ਵਾਜ਼ ਫਾਈਨਲੀ ਏਬਲ ਟੂ ਟੈਲ ਹਿਜ਼ ਫਾਦਰ, ਅਤੇ ਉਹ ਛੋਟਾ ਮੁੰਡਾ ਫਾਈਨਲੀ ਏਬਲ ਟੂ ਟੈਲ ਹਿਜ਼ ਫਾਦਰ ਆਪਣੇ ਪਿਤਾ ਨੂੰ ਦੱਸਣ ਯੋਗ ਹੋ ਗਿਆ ਸੀ, ਸਮਰੱਥ ਹੋ ਗਿਆ ਸੀ ਕਿ ਦੈਟ ਆਲ ਦੀ ਨੇਲਸ ਵਰ ਗੋਨ, ਕਿ ਸਾਰੀਆਂ ਮੇਖਾਂ ਜਾ ਚੁੱਕੀਆਂ ਨੇ। ਅਰਥਾਤ ਉਹ ਇਹ ਦੱਸਣ ਜੋਗਾ ਹੋ ਗਿਆ ਇੱਕ ਦਿਨ ਜਦੋਂ ਕਾਫੀ ਦਿਨ ਲੰਘ ਗਏ ਤੇ ਉਹਨੇ ਦੱਸਣ ਜੋਗਾ ਹੋ ਗਿਆ, ਪਿਤਾ ਨੇ ਦੱਸਿਆ ਕਿ ਪਿਤਾ ਜੀ ਉਸ ਜੰਗਲ ਵਿੱਚੋਂ ਸਾਰੀਆਂ ਮੇਖਾਂ ਹੁਣ ਨਿਕਲ ਗਈਆਂ ਨੇ, ਅਰਥਾਤ ਮੈਂ ਇੰਨੇ ਦਿਨ ਗੁੱਸੇ ਤੇ ਕਾਬੂ ਪਾ ਕੇ ਰੱਖਿਆ ਤੇ ਮੇਖਾਂ ਸਾਰੀਆਂ ਨਿਕਲ ਗਈਆਂ ਨੇ। ਦੀ ਫਾਦਰ ਲੈਡ ਦੇਖੋ ਮੂਲ ਸ਼ਬਦ ਹੈਗਾ ਲੀਡ, LEAD ਲੀਡ ਹੁੰਦਾ ਅਗਵਾਈ ਕਰਨੀ, ਲੈ ਕੇ ਜਾਣਾ। ਦੀ ਫਾਦਰ ਲੈਡ ਦੀ ਲਿਟਲ ਬॉय ਟੂ ਦੀ ਫੈਂਸ, ਹੁਣ ਜਿਹੜੇ ਪਿਤਾ ਜੀ ਸੀ ਉਸ ਛੋਟੇ ਮੁੰਡੇ ਨੂੰ ਜੰਗਲੇ ਵੱਲ ਲੈ ਕੇ ਗਏ। ਲੈਡ ਮੈਨੇ ਉਹ ਮੋਰੇ ਤੇ ਪਿੱਛੇ ਮੁੰਡਾ, ਕਹਿੰਦੇ ਆ ਕਾਕਾ ਚੱਲ ਤੈਨੂੰ ਇੱਕ ਚੀਜ਼ ਦਿਖਾਵਾਂ, ਹਨਾ। ਦੀ ਫਾਦਰ ਲੈਡ ਦੀ ਲਿਟਲ ਬॉय ਟੂ ਦੀ ਫੈਂਸ, ਜੰਗਲੇ ਵੱਲ ਵਾੜ ਵੱਲ ਲੈ ਕੇ ਗਏ। ਹੀ ਸੈਡ ਉਹਨਾਂ ਨੇ ਕਿਹਾ ਯੂ ਹੈਵ ਡਨ ਵੈਲ, ਵੀ ਤੂੰ ਬਹੁਤ ਵਧੀਆ ਕੰਮ ਕੀਤਾ ਹੈ, ਵੀ ਜਿੱਦਾਂ ਤੈਨੂੰ ਮੈਂ ਕਿਹਾ ਸੀਗਾ ਕਿੱਲਾਂ ਠੋਕ, ਤੂੰ ਠੋਕੀਆਂ ਤੇ ਫਿਰ ਮੈਂ ਤੈਨੂੰ ਕੱਢਣ ਲਈ ਗਿਆ, ਤੂੰ ਕੱਢ ਦਿੱਤੀਆਂ। ਯੂ ਹੈਵ ਡਨ ਵੈਲ, ਵੀ ਤੂੰ ਬਹੁਤ ਵਧੀਆ ਕੰਮ ਕੀਤਾ ਹੈ। ਮਾਈ ਸਨ ਮੇਰੇ ਪੁੱਤਰ। ਨਾਓ ਹੁਣ ਲੁੱਕ ਐਟ ਦੀਜ਼ ਹੋਲਸ ਇਨ ਦੀ ਫੈਂਸ, ਹੁਣ ਤੂੰ ਇਸ ਜੰਗਲੇ ਦੇ ਵਿੱਚ ਇਹ ਸੁਰਾਖਾਂ ਨੂੰ ਦੇਖ, ਕਿੱਲਾਂ, ਜਿਹੜੇ ਸੁਰਾਖ ਕਿੱਲਾਂ ਨੇ ਬਣਾ ਦਿੱਤੇ ਨੇ ਹੁਣ ਉਹਨਾਂ ਵੱਲ ਦੇਖ। ਲੁੱਕ ਐਟ ਦੀਜ਼ ਹੋਲਸ ਮੈਨੇ ਸੁਰਾਖ, ਇਨ ਦੀ ਫੈਂਸ, ਹੁਣ ਕਿੱਲਾਂ ਕਰਕੇ ਜਿਹੜੇ ਉਹ ਸੁਰਾਖ ਬਣ ਗਏ ਸੀ ਜੰਗਲੇ ਦੇ ਵਿੱਚ ਉਹਨਾਂ ਵੱਲ ਦੇਖ। ਦੀ ਫੈਂਸ ਵਿਲ ਨੈਵਰ ਬੀ ਦੀ ਸੇਮ ਅਗੇਨ, ਇਹ ਜੰਗਲਾ, ਇਹ ਵਾੜ ਹੁਣ ਮੁੜ ਕੇ ਕਦੀ ਵੀ ਪਹਿਲਿਆਂ ਵਰਗੀ ਨਹੀਂ ਬਣੇਗੀ, ਤੂੰ ਜੋ ਮਰਜ਼ੀ ਕਰ ਲੈ। ਉਹ ਕਿੱਲਾਂ ਨੇ ਸੁਰਾਖ ਬਣਾਤੇ, ਇਹ ਜਿਹੜੀ ਵਾੜ ਏ, ਇਹ ਜਿਹੜਾ ਜੰਗਲ ਹੈ ਮੁੜ ਕੇ ਪਹਿਲਾਂ ਵਰਗਾ ਕਦੀ ਵੀ ਨਹੀਂ ਹੋਏਗਾ। ਨੈਵਰ ਬੀ ਦੀ ਸੇਮ ਮਤਲਬ ਕਿ ਪਹਿਲਾਂ ਵਰਗਾ ਬਿਲਕੁਲ ਨਹੀਂ ਬਣੇਗਾ। ਦੀ ਬॉय ਲੁਕਡ ਐਟ ਹਿਜ਼ ਫਾਦਰ, ਮੁੰਡੇ ਨੇ ਆਪਣੇ ਪਿਤਾ ਜੀ ਵੱਲ ਦੇਖਿਆ। ਐਂਡ ਸੈਡ ਅਤੇ ਕਿਹਾ ਆਈ ਡਿਡ ਇਟ ਬਿਕੋਜ਼ ਯੂ ਆਸਕਡ ਮੀ ਟੂ, ਮੁੰਡਾ ਵਿਚਾਰਾ ਘਬਰਾ ਗਿਆ ਕਿ ਖਰੇ ਪਿਤਾ ਜੀ ਕਹਿ ਰਹੇ ਨੇ ਵੀ ਮੈਂ ਤੇ ਕਿੱਲਾਂ ਜੰਗਲੇ ਦੇ ਵਿੱਚ ਸੁਰਾਖ ਬਣਾਤੇ। ਕਹਿੰਦਾ ਆਈ ਡਿਡ ਇਟ, ਮੈਂ ਤੇ ਤਾਂ ਕੀਤਾ ਬਿਕੋਜ਼ ਯੂ ਆਸਕਡ ਮੀ ਟੂ ਡੂ, ਵੀ ਤੁਸੀਂ ਮੈਨੂੰ ਕਿਹਾ ਸੀਗਾ ਵੀ ਕਿੱਲਾਂ ਠੋਕ, ਫਿਰ ਮੈਨੂੰ ਕਿਹਾ ਕਿੱਲਾਂ ਕੱਢ, ਤੇ ਤੁਸੀਂ ਮੈਨੂੰ ਕਿਹਾ ਸੀਗਾ ਤਾਂ ਮੈਂ ਇੱਦਾਂ ਕੀਤਾ। ਕਹਿੰਦਾ ਆਈ ਨੋ ਸੈਡ ਦੀ ਫਾਦਰ, ਫਿਰ ਪਿਤਾ ਜੀ ਨੇ ਕਿਹਾ ਮੈਨੂੰ ਪਤਾ ਹੈ, ਇਹ ਮੈਂ ਜਾਣਦਾ। ਕਹਿੰਦੇ ਵੈਨ ਯੂ ਸੇ ਥਿੰਗਸ ਇਨ ਐਂਗਰ, ਵੈਨ ਯੂ ਸੇ ਥਿੰਗਸ ਮੈਨੇ ਜਦੋਂ ਤੁਸੀਂ ਕੁਝ ਕਹਿੰਦੇ ਹੋ, ਇਨ ਐਂਗਰ ਗੁੱਸੇ ਵਿੱਚ, ਜਦੋਂ ਤੁਸੀਂ ਗੁੱਸੇ ਵਿੱਚ ਸੇ ਥਿੰਗਸ, ਹੁਣ ਗੁੱਸੇ ਵਿੱਚ ਤੇ ਵਜੋਂ ਸੇ ਥਿੰਗਸ ਮਤਲਬ ਕਿ ਊਟ ਪਟਾਂਗ ਅਵਾ ਤਵਾ ਬੋਲਦੇ ਹੋ, ਜੋ ਤੁਸੀਂ ਗੱਲਾਂ ਕਹਿੰਦੇ ਹੋ ਗੁੱਸੇ ਵਿੱਚ। ਦੇ ਲੀਵ ਅ ਸਕਾਰ, ਸਕਾਰ ਬੱਚੇ ਪਤਾ ਕੀ ਹੁੰਦਾ, ਸਕਾਰ ਹੁੰਦਾ ਜ਼ਖਮ ਦਾ ਨਿਸ਼ਾਨ। ਕਈ ਵਾਰ ਬੱਚੇ ਪਤਾ ਨਾ ਸਾਡੀ ਚਮੜੀ ਸੜ ਜਾਂਦੀ ਹੈ ਤੇ ਜ਼ਖਮ ਠੀਕ ਵੀ ਹੋ ਜਾਂਦਾ, ਬਾਅਦ ਚੋਂ ਨਿਸ਼ਾਨ ਰਹਿ ਜਾਂਦਾ ਹੈ। ਕਈ ਵਾਰ ਬੜੀ ਤਗੜੀ ਸੱਟ ਲੱਗਦੀ ਹੈ ਤੇ ਉਹ ਸੱਟ ਦਾ ਨਿਸ਼ਾਨ ਰਹਿ ਜਾਂਦਾ ਹੈ। ਸੋ ਸਕਾਰ ਦਾ ਮਤਲਬ ਹੁੰਦਾ ਜ਼ਖਮ ਦਾ ਨਿਸ਼ਾਨ। ਕਹਿੰਦੇ ਦੇ ਲੀਵ ਆ ਸਕਾਰ ਜਸਟ ਲਾਈਕ ਦਿਸ ਵਨ, ਜਿੱਦਾਂ ਇਹ ਜੰਗਲੇ ਦੇ ਵਿੱਚ ਕਿੱਲਾਂ ਦੇ ਠੋਕੇ ਹੋਏ ਸੁਰਾਖ ਰਹਿ ਗਏ ਨੇ, ਇਹ ਨਿਸ਼ਾਨ ਰਹਿ ਗਏ ਨੇ, ਇਸੀ ਤਰ੍ਹਾਂ ਬੱਚਿਓ ਪਿਤਾ ਜੀ ਕਹਿੰਦੇ ਨੇ ਹੇ ਬੇਟਾ ਜਦੋਂ ਤੁਸੀਂ ਗੁੱਸੇ ਵਿੱਚ ਕੋਈ ਇੱਦਾਂ ਦੇ ਗੱਲਾਂ ਬੋਲਦੇ ਹੋ ਤੇ ਉਹ ਵੀ
अपना जख्म का निशान, भैड़ियां यादां, अंदर कोई गुस्सा, दूजे बंदे दे अंदर कोई हीन भावना या दुख, ਉਹਦਾ ਨਿਸ਼ਾਨ ਛੱਡ ਜਾਂਦੇ ਨੇ ਉਹ ਜਿਹੜੇ ਸ਼ਬਦ ਨੇ। ਯੂ ਕੈਨ ਪੁੱਟ ਅ ਨਾਈਫ ਇਨ ਅ ਮੈਨ ਐਂਡ ਡਰਾ ਇਟ ਆਊਟ। ਤੁਸੀਂ ਕਿਸੇ ਵੀ ਬੰਦੇ ਦੇ ਵਿੱਚ ਛੁਰਾ ਜਿਹੜਾ ਹੈ, ਚਾਕੂ, ਇਹ ਖੋਭ ਸਕਦੇ ਹੋ ਤੇ ਖੋਭ ਕੇ ਫਿਰ ਬਾਹਰ ਕੱਢ ਸਕਦੇ ਹੋ। ਯੂ ਕੈਨ ਪੁੱਟ ਅ ਨਾਈਫ ਇਨ ਅ ਮੈਨ, ਤੁਸੀਂ ਕਿਸੇ ਬੰਦੇ ਦੇ ਸਰੀਰ ਵਿੱਚ ਚਾਕੂ ਖੋਭਤਾ, ਐਂਡ ਡਰਾ ਇਟ ਆਊਟ, ਮੈਨੇ ਬਾਹਰ ਕੱਢ ਲਿਆ। ਇਟ ਵੋਂਟ ਮੈਟਰ ਮੈਨੇ ਇੰਨਾ ਕੋਈ ਫਰਕ ਨਹੀਂ ਪਏਗਾ ਹਾਊ ਮੈਨੀ ਟਾਈਮਸ ਯੂ ਸੇ ਯੂ ਆਰ ਸੌਰੀ। ਤੇ ਫਿਰ ਛੁਰਾ ਮਾਰਨ ਤੋਂ ਬਾਅਦ ਤੁਸੀਂ 100 ਵਾਰ 1000 ਵਾਰ ਕਹਿ ਦਿਓ ਸੌਰੀ ਭਾਜੀ ਗਲਤੀ ਹੋ ਗਈ, ਮਾਫ ਕਰ ਦਿਓ ਭਾਜੀ ਗਲਤੀ ਹੋ ਗਈ। ਕਹਿੰਦੇ ਇਟ ਵੋਂਟ ਮੈਟਰ, ਕਹਿੰਦੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ 100 ਵਾਰ ਸੌਰੀ ਕਹੋ, 1000 ਵਾਰ ਕਹੋ, ਲੱਖਾਂ ਵਾਰ ਸੌਰੀ ਕਹੀ ਜਾਓ। ਦੀ ਵੂੰਡ ਵਿਲ ਆਲਵੇਜ਼ ਬੀ ਦੇਅਰ। ਵੂੰਡ ਮੈਨੇ ਜ਼ਖਮ, ਉਹ ਜ਼ਖਮ ਤੇ ਉੱਥੇ ਰਹੇਗਾ ਹੀ। ਜਿਹੜਾ ਜ਼ਖਮ ਤੁਸੀਂ ਦੇ ਦਿੱਤਾ, ਹੁਣ ਸੌਰੀ ਕਹਿਣ ਤੋਂ ਬਾਅਦ ਵੀ ਉਹ ਜ਼ਖਮ ਉੱਥੇ ਰਹੇਗਾ, ਹਮੇਸ਼ਾ ਰਹੇਗਾ। ਅੱਗੇ ਕਹਿੰਦੇ a wound given ਨੇ ਜੋ ਜ਼ਖਮ ਦਿੱਤਾ ਗਿਆ ਹੈ, with your words, ਤੁਹਾਡੇ ਸ਼ਬਦਾਂ ਦੇ ਨਾਲ, is as bad as the one given with a knife। ਤੁਹਾਡੇ ਸ਼ਬਦਾਂ ਦੁਆਰਾ ਦਿੱਤਾ ਗਿਆ ਜ਼ਖਮ ਉਨਾ ਹੀ ਭੈੜਾ ਹੈ ਜਿੰਨਾ ਕਿ ਇੱਕ ਚਾਕੂ ਦੇ ਨਾਲ ਦਿੱਤਾ ਜਾਂਦਾ ਹੈ। ਗੱਲ ਵੱਖਰੀ ਹੈ ਬੱਚਿਓ ਕਿ ਚਾਕੂ ਵਾਲਾ ਦਿੱਤਾ ਹੈ ਜ਼ਖਮ ਸਾਨੂੰ ਅੱਖਾਂ ਨਾਲ ਨਜ਼ਰ ਆਉਂਦਾ ਹੈ, ਪਰ ਸ਼ਬਦਾਂ ਰਾਹੀਂ ਦਿੱਤਾ ਗਿਆ ਜ਼ਖਮ ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਉਹਦੇ ਜੀਵਨ ਦੇ ਵਿਹਾਰ ਵਿੱਚ, ਉਹਦੇ ਜੀਵਨ ਦਾ ਜਿਹੜੀ ਉਹਦੀ ਸ਼ੈਲੀ ਹੈ, ਉਹਦੇ ਵਿੱਚ ਕਈ ਵਾਰ ਉਹ ਪ੍ਰਗਟ ਹੁੰਦਾ ਹੈ। ਉਹ ਬੰਦਾ ਦੁਖੀ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ, ਹੈ ਨਾ। ਉਹਨੂੰ ਅਸੀਂ ਪਰੇਸ਼ਾਨ ਕਰਦੇ ਹਾਂ, ਚਿੰਤਿਤ ਕਰਦੇ ਹਾਂ, ਇੱਦਾਂ ਬੋਲ ਕੇ ਉਹਨੂੰ ਚਿੰਨ੍ਹਦੇ ਹਾਂ। ਕਹਿੰਦੇ ਡੋਂਟ ਯੂ ਥਿੰਕ, ਕਹਿੰਦੇ ਤੈਨੂੰ ਲੱਗਦਾ ਨਹੀਂ। ਹੁਣ ਇੱਥੇ ਹੁਣ ਸੱਚ ਜਿਹੜੀ ਕਿਤਾਬ ਵਾਲੇ ਨੇ, ਆਥਰ ਨੇ, ਉਹ ਸਾਨੂੰ ਸਮਝਾ ਰਹੇ ਨੇ, ਬੱਚਿਆਂ ਨੂੰ ਕਹਿ ਰਹੇ ਨੇ, ਕਹਿੰਦੇ ਡੋਂਟ ਯੂ ਥਿੰਕ, ਤੁਹਾਨੂੰ ਨਹੀਂ ਲੱਗਦਾ। ਦੀ ਫਾਦਰ ਗੇਵ ਅ ਗੁੱਡ ਪੀਸ ਆਫ ਐਡਵਾਈਸ ਟੂ ਦੀ ਬॉय, ਕਿ ਪਿਤਾ ਜੀ ਨੇ, ਉਸ ਪਿਓ ਨੇ ਆਪਣੇ ਮੁੰਡੇ ਨੂੰ ਇੱਕ ਬੜੀ ਵਧੀਆ ਸਲਾਹ ਦਿੱਤੀ। ਗੁੱਡ ਪੀਸ ਆਫ ਐਡਵਾਈਸ ਹੁੰਦਾ ਇੱਕ ਨੇਕ ਸਲਾਹ, ਚੰਗੀ ਸਲਾਹ ਦਿੱਤੀ। ਕਹਿੰਦੇ ਫਰੈਂਡਸ ਐਂਡ ਲਵਡ ਵਨਸ, ਫਰੈਂਡਸ ਮੈਨੇ ਦੋਸਤ, ਲਵਡ ਵਨਸ ਮੈਨੇ ਸਾਡੇ ਪਿਆਰੇ, ਸਾਡੇ ਹਿਤੈਸ਼ੀ, ਹੈ ਨਾ, ਸਾਡੇ ਸ਼ੁਭ ਚਿੰਤਕ। ਫਰੈਂਡਸ ਐਂਡ ਲਵਡ ਵਨਸ ਆਰ ਵੈਰੀ ਇੰਪੋਰਟੈਂਟ ਇਨ ਆਵਰ ਲਾਈਫਸ। ਸਾਡੀ ਜ਼ਿੰਦਗੀ ਵਿੱਚ ਇਹ ਜਿਹੜੇ ਲੋਕ ਨੇ, ਸਾਡੇ ਮਿੱਤਰ ਨੇ ਜਾਂ ਸਾਡੇ ਪਿਆਰੇ ਨੇ, ਇਹ ਬੜਾ ਮਹੱਤਵ ਰੱਖਦੇ ਹਨ। ਲਾਈਕ ਯੂ ਆਰ ਫॉर ਅਸ, ਜਿਸ ਤਰ੍ਹਾਂ ਤੁਸੀਂ ਸਾਡੇ ਲਈ ਹੋ, ਸਾਨੂੰ ਤੁਹਾਡੀ ਲੋੜ ਹੈ, ਤੁਹਾਨੂੰ ਸਾਡੀ ਲੋੜ ਹੈ, ਹੈ ਨਾ। ਕਹਿੰਦੇ ਦੇ ਮੇਕ ਯੂ ਸਮਾਈਲ ਐਂਡ ਲਾਫ। ਇਹਨਾਂ ਦੋਸਤਾਂ, ਰਿਸ਼ਤੇਦਾਰਾਂ, ਮਿੱਤਰਾਂ, ਆਂਢੀਆਂ ਗੁਆਂਢੀਆਂ ਕਰਕੇ ਹੀ ਸਾਡੇ ਚਿਹਰੇ 'ਤੇ ਮੁਸਕਾਨ ਆਉਂਦੀ ਹੈ ਅਤੇ ਸਾਨੂੰ ਹੱਸਣ ਦਾ ਸਬਬ ਬਣਦਾ ਹੈ। ਕਹਿੰਦੇ ਸੋ ਇਸ ਕਰਕੇ ਬੀ ਕੇਅਰਫੁਲ ਵਿਦ ਯੂਅਰ ਵਰਡਸ, ਆਪਣੇ ਸ਼ਬਦਾਂ ਦੇ ਪ੍ਰਤੀ ਬੜੇ ਸੁਚੇਤ ਰਹੋ, ਆਪਣੇ ਸ਼ਬਦਾਂ ਦੇ ਪ੍ਰਤੀ ਬੜੇ ਸਾਵਧਾਨ ਰਹੋ। ਅਰਥਾਤ ਪਹਿਲਾਂ ਸੋਚੋ ਫਿਰ ਬੋਲੋ। ਇਹ ਨਹੀਂ ਕਿ ਪਹਿਲੇ ਬੋਲ ਲਿਆ ਫਿਰ ਬਾਅਦ 'ਚੋਂ ਸੋਚਣ ਲੱਗ ਗਏ ਯਾਰ ਇਹ ਮੈਂ ਕੀ ਬੋਲ ਦਿੱਤਾ। ਕਿਉਂਕਿ ਬੱਚਿਓ ਕਹਿੰਦੇ ਨਾ, ਕਮਾਨ ਵਿੱਚੋਂ ਨਿਕਲਿਆ ਤੀਰ ਅਤੇ ਮੂੰਹ ਵਿੱਚੋਂ ਨਿਕਲੇ ਸ਼ਬਦ, ਇੱਕ ਵਾਰ ਜਿਹੜੇ ਨਿਕਲ ਜਾਣ ਅਤੇ ਫਿਰ ਮੁੜ ਕੇ ਵਾਪਸ ਨਹੀਂ ਆਉਂਦੇ। ਇਸ ਕਰਕੇ ਤਾਂ ਹੀ ਤਾਂ ਸਾਡੇ ਸਿਆਣੇ ਨੇ ਕਿਹਾ, ਕਹਿੰਦੇ ਇੱਕ ਚੁੱਪ 100 ਸੁੱਖ। ਜਿੱਥੇ ਬੋਲਣ ਦੀ ਲੋੜ ਨਾ ਹੋਵੇ ਉੱਥੇ ਸਾਨੂੰ ਨਹੀਂ ਬੋਲਣਾ ਚਾਹੀਦਾ। ਆਮ ਤੌਰ 'ਤੇ ਅਸੀਂ ਕਿ ਜਿਹੜੇ ਬੰਦੇ ਇੱਦਾਂ ਦੇ ਹੁੰਦੇ ਨੇ, ਉਹ ਪੁੱਠੀਆਂ ਸਲਾਹਾਂ ਦਿੰਦੇ ਨੇ। ਕਹਿੰਦੇ ਲੈ ਉਹਨੇ ਤੈਨੂੰ ਇੱਕ ਸੁਣਾਈ ਹੈ, ਤੂੰ ਉਹਨੂੰ 4 ਸੁਣਾਉਣੀਆਂ ਸੀਗੀਆਂ। ਹੁਣ ਇਹ ਸਲਾਹ ਚੰਗੀ ਸਲਾਹ ਨਹੀਂ ਹੈਗੀ ਹੈ। ਜਿਹੜੇ ਇੱਕ ਸੁਣਾਏਗਾ ਕੋਈ ਅਤੇ 4 ਸੁਣਾਵਾਂਗੇ ਫਿਰ ਤੇ ਲੜਾਈ ਝਗੜਾ ਵਧੇਗਾ, ਹੈ ਨਾ ਬੱਚਿਓ। ਸੋ ਬੀ ਕੇਅਰਫੁਲ ਵਿਦ ਯੂਅਰ ਵਰਡਸ ਇਫ ਯੂ ਡੂ ਨਾਟ ਵਾਂਟ ਟੂ ਲੂਜ਼ ਯੂਅਰ ਫਰੈਂਡਸ। ਅਗਰ ਤੁਸੀਂ ਆਪਣੇ ਮਿੱਤਰਾਂ ਨੂੰ ਗਵਾਉਣਾ ਨਹੀਂ ਚਾਹੁੰਦੇ ਤੇ ਫਿਰ ਤੁਸੀਂ ਕੀ ਕਰਨਾ ਹੈ, ਆਪਣੇ ਸ਼ਬਦਾਂ 'ਤੇ ਕੰਟਰੋਲ ਰੱਖੋ। ਲੈਟ ਯੂਅਰ ਵਰਡਸ ਬੀ ਕਾਈਂਡ, ਤੁਹਾਡੇ ਸ਼ਬਦ ਮਿੱਠੇ ਹੋਣੇ ਚਾਹੀਦੇ ਨੇ, ਦਇਆ ਭਰਪੂਰ ਹੋਣੇ ਚਾਹੀਦੇ ਨੇ, ਦਇਆ ਵਾਲੇ, ਪਿਆਰੇ ਹੋਣੇ ਚਾਹੀਦੇ ਨੇ, ਪਿਆਰ ਵਾਲੇ ਹੋਣੇ ਚਾਹੀਦੇ ਨੇ। ਉਹਨਾਂ ਵਿੱਚ ਸਖਤੀ ਨਹੀਂ ਹੋਣੀ ਚਾਹੀਦੀ, ਉਹਨਾਂ ਵਿੱਚ ਉਹ ਰੇਸ਼ਮ ਵਰਗੇ ਪੋਲੇ ਕੋਮਲ ਹੋਣੇ ਚਾਹੀਦੇ ਨੇ, ਫੁੱਲਾਂ ਵਰਗੇ ਹੋਣੇ ਚਾਹੀਦੇ ਨੇ। ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਬੜਾ ਸੋਹਣਾ ਕਿਹਾ। ਮੈਂ 2 ਗੱਲਾਂ ਬੱਚਿਓ ਤੁਹਾਨੂੰ ਦੱਸਾਂਗਾ ਅਤੇ ਦੋਨੇ ਗੱਲਾਂ ਬੜੀ ਕੀਮਤੀਆਂ, ਤੁਸੀਂ ਪੱਲੇ ਬੰਨ੍ਹ ਲਓ। ਅਤੇ 4 ਸ਼ਬਦਾਂ ਦੇ ਗੁਰੂ ਨਾਨਕ ਪਾਤਸ਼ਾਹ ਦੇ ਬੋਲ ਨੇ। ਕਹਿੰਦੇ ਨੇ ਇੱਕ ਤੇ ਕਹਿੰਦੇ ਨੇ ਟੂਟ ਪ੍ਰੀਤ ਗਈ ਬੁਰ ਬੋਲ। ਟੂਟ ਪ੍ਰੀਤ ਗਈ, ਵੀ ਪ੍ਰੀਤ ਟੁੱਟ ਜਾਂਦੀ ਹੈ, ਪਿਆਰ ਦਾ ਰਿਸ਼ਤਾ ਟੁੱਟ ਜਾਂਦਾ ਹੈ। ਕਿਹਦੇ ਨਾਲ? ਬੁਰ ਬੋਲ। ਬੁਰ ਬੋਲ ਮੈਨੇ ਬੁਰੇ ਬੋਲਾਂ ਨਾਲ। ਜਦੋਂ ਅਸੀਂ ਬੁਰੇ ਬੋਲ ਬੋਲਦੇ ਹਾਂ ਤੇ ਪ੍ਰੀਤ ਟੁੱਟ ਜਾਂਦੀ ਹੈ, ਪਿਆਰ ਦਾ ਰਿਸ਼ਤਾ ਟੁੱਟ ਜਾਂਦਾ ਹੈ। ਬੱਚਿਓ ਇਹ ਗੱਲ ਤੇ ਅਸੀਂ ਆਮ ਆਪਣੇ ਘਰਾਂ ਵਿੱਚ ਦੇਖਦੇ ਹਾਂ, ਰਿਸ਼ਤੇਦਾਰੀਆਂ ਵਿੱਚ ਦੇਖਦੇ ਹਾਂ, ਸ਼ਰੀਕਿਆਂ ਵਿੱਚ ਦੇਖਦੇ ਹਾਂ। ਤੇ ਦੂਜੀ ਗੱਲ ਗੁਰੂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਗੰਢ ਪ੍ਰੀਤੀ ਮਿੱਠੇ ਬੋਲ। ਗੰਢ ਮੈਨੇ ਗੰਢ ਪੈ ਜਾਂਦੀ ਹੈ, ਸੰਬੰਧ ਜੁੜ ਜਾਂਦੇ ਨੇ। ਕਹਿੰਦੇ ਪ੍ਰੀਤ ਦੇ, ਪਿਆਰ ਦੀ ਗੰਢ ਪੈ ਜਾਂਦੀ ਹੈ, ਪਿਆਰ ਦੇ ਸੰਬੰਧ ਜੁੜ ਜਾਂਦੇ ਨੇ। ਕਿਹਦੇ ਨਾਲ? ਮਿੱਠੇ ਬੋਲ।
ਸੋ ਬੱਚਿਓ ਮਿੱਠੇ ਬੋਲ ਬੋਲਣ ਦੇ ਨਾਲ ਪਿਆਰ ਦੇ ਰਿਸ਼ਤੇ ਪ੍ਰਫੁੱਲਿਤ ਹੁੰਦੇ ਨੇ ਤੇ ਬੁਰੇ ਬੋਲ ਬੋਲਣ ਦੇ ਨਾਲ ਰਿਸ਼ਤੇ ਜਿਹੜੇ ਨੇ ਟੁੱਟ ਜਾਂਦੇ ਨੇ, ਪਿਆਰ ਵਿੱਚ ਫਿੱਕ ਪੈ ਜਾਂਦੀ ਹੈ। ਤੇ ਇੱਕ ਜਗ੍ਹਾ ਗੁਰੂ ਸਾਹਿਬ ਹੋਰ ਕਹਿੰਦੇ ਨੇ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਵੀ ਇਹ ਨਾਨਕ ਫਿੱਕਾ ਬੋਲਣ ਦੇ ਨਾਲ ਤਨ ਵੀ ਫਿੱਕਾ ਹੋ ਜਾਂਦਾ ਹੈ, ਮਨ ਵੀ ਫਿੱਕਾ ਹੋ ਜਾਂਦਾ ਹੈ, ਅਰਥਾਤ ਸਰੀਰ ਵਿੱਚੋਂ ਮਨ ਵਿੱਚੋਂ ਪਿਆਰ ਉੱਡ ਪੁੱਡ ਜਾਂਦਾ ਹੈ। ਫਿਰ ਉਹ ਜਿਹੜਾ ਬੰਦਾ ਹੈਗਾ ਉਹ ਰੁੱਖਾ ਕਰਕੇ ਫਿੱਕਾ ਕਰਕੇ ਬਦਨਾਮ ਵੀ ਹੋ ਜਾਂਦਾ। ਸਾਰੇ ਲੋਕ ਕਹਿੰਦੇ ਯਾਰ ਇਹਦੇ ਨਾਲ ਗੱਲ ਨਹੀਂ ਕਰਨੀ, ਉਹਦੇ ਕੋਲ ਨਹੀਂ ਜਾਣਾ, ਉਹਦੇ ਕੋਲ ਨਹੀਂ ਬਹਿਣਾ, ਉਹ ਤੇ ਜਦੋਂ ਵੀ ਬੋਲਦਾ ਤੇ ਇਦਾਂ ਬੋਲੇ ਮੁਰਦਾ ਬੋਲੂ ਕੱਫਣ ਹੀ ਪਾੜੂ, ਉਹਨਾਂ ਤੇ ਗੱਲ ਕਰਕੇ ਫਾਇਦਾ ਹੀ ਕੋਈ ਨਹੀਂ, ਉਹਨਾਂ ਨਾਲ ਗੱਲ ਕਰਕੇ 95 ਦਾ ਘੱਟ ਹੈ। ਸੋ ਇਸ ਕਰਕੇ ਪਿਆਰੇ ਵਿਦਿਆਰਥੀਓ, ਬੜੀ ਵਧੀਆ ਕਹਾਣੀ ਸੀ ਇਹ ਵਾਲੀ, ਬੜੀ ਸਾਨੂੰ ਜੀਵਨ ਨੂੰ ਸੇਧ ਦੇਣ ਵਾਲੀ ਸੀਗੀ। ਸੋ ਸਾਨੂੰ ਇਹ ਕਹਾਣੀ ਪੜ੍ਹ ਕੇ ਸੁਣ ਕੇ ਆਪਣਾ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਕੌੜੇ ਬੋਲ ਨਹੀਂ ਬੋਲਣੇ, ਵੱਡਿਆਂ ਨੂੰ ਵੀ ਨਹੀਂ ਕੌੜੇ ਬੋਲ ਬੋਲਣੇ, ਕਿਸੇ ਨੂੰ ਵੀ ਨਹੀਂ ਬੋਲਣੇ ਤੇ ਨਾ ਹੀ ਗਾਲਾਂ ਕੱਢਣੀਆਂ। ਸੋ ਅਸੀਂ ਥੋੜ੍ਹਾ ਬੋਲਣਾ ਹੈ, ਮਿੱਠਾ ਬੋਲਣਾ ਹੈ, ਪਿਆਰ ਨਾਲ ਬੋਲਣਾ ਹੈ ਤੇ ਮਾਣ ਸਤਿਕਾਰ ਦੇ ਨਾਲ ਇੱਕ ਦੂਜੇ ਦੇ ਨਾਲ ਬੋਲਣਾ ਹੈ, ਤਾਂ ਕਿ ਸਾਡਾ ਪਿੰਡ, ਸਾਡਾ ਸਮਾਜ ਜਿਹੜਾ ਹੈ ਵਧੀਆ ਬਣੇ। ਠੀਕ ਹੈ ਪਿਆਰੇ ਵਿਦਿਆਰਥੀਓ, ਸੋ ਇਹ ਸੀ ਤੁਹਾਡਾ ਲੈਸਨ ਨੰਬਰ 10, ਜਿਹਦੀ ਰੀਡਿੰਗ ਔਰ ਟਰਾਂਸਲੇਸ਼ਨ ਇਸ ਵੀਡੀਓ ਵਿੱਚ ਅਸੀਂ ਕੀਤੀ ਹੈ। ਤੇ ਆਉਣ ਵਾਲੀ ਵੀਡੀਓ ਵਿੱਚ ਇਸ ਲੈਸਨ ਦੀਆਂ ਅਸੀਂ ਐਕਟੀਵਿਟੀਜ਼ ਵੀ ਤੁਹਾਡੇ ਲਈ ਇਸੇ ਤਰ੍ਹਾਂ ਛੇਤੀ ਤੋਂ ਛੇਤੀ ਲੈ ਕੇ ਆਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚੱਲੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।